ਸਾਨੂੰ ਕਿਹਾ ਗਿਆ ਅਰੈਸਟ ਨਹੀਂ ਹੋ ਰਹੇ ਜਾਂ ਬਹੁਤ ਸਾਰੀਆਂ ਐਸੀਆਂ ਗੱਲਾਂ ਕੀਤੀਆਂ, ਬਹੁਤ ਭੱਦੀ ਸ਼ਬਦਾਵਲੀ। ਮੈਂ ਕਹਿੰਦਾ ਜਗਤਾਰ ਸਿੰਘ ਨੂੰ ਛੱਡ ਦਿਓ, ਇੱਕ ਕੀਰਤਨੀਆ ਗੁਰੂ ਘਰ ਦਾ ਕੋਈ ਵੀ ਹੋਵੇ ਉਸ ਦੇ ਪ੍ਰਤੀ ਸ਼ਬਦਾਵਲੀ ਵਰਤਣ ਤੋਂ ਪਹਿਲਾਂ ਫਿਰ ਤੁਸੀਂ ਸਿੱਖ ਨਹੀਂ ਅਖਵਾ ਸਕਦੇ। ਮੈਂ ਉਹਨਾਂ ਨੇ ਵੀ ਕੁਝ ਐਸੇ ਵਰਡਸ ਜਿਹੜੇ ਬੜੇ ਸੰਗਤਾਂ ਦੇ ਹਿਰਦੇ ਵਲੂੰਦਰੇ ਗਏ ਸਨ। ਸਰਦਾਰ ਤਰਲੋਚਨ ਸਿੰਘ ਵਜ਼ੀਰ 3 ਸਤੰਬਰ ਨੂੰ 2021 ਵਿੱਚ ਉਹਨਾਂ ਦਾ ਕਤਲ ਹੋਇਆ। ਠੀਕ ਅੰਤਮ ਅਰਦਾਸ 17 ਸਤੰਬਰ ਨੂੰ ਹੋਈ। ਠੀਕ 6 ਦਿਨ ਬਾਅਦ ਇੱਕ ਪੋਸਟ ਜੰਮੂ ਵਿੱਚ ਵਾਇਰਲ ਕੀਤੀ ਗਈ। ਜਿਨ੍ਹਾਂ ਲੋਕਾਂ ਨੇ ਉਸ ਨੂੰ ਜ਼ਿਆਦਾ ਫਾਰਵਰਡ ਕੀਤਾ ਉਹਨਾਂ ਲੋਕਾਂ ਦੇ ਉਹ ਐਵੀਡੈਂਸਿਸ ਇਕੱਠੇ ਕਰਕੇ ਵਿਦ ਪ੍ਰੂਫ ਮੈਂ ਇਹ ਜਿਹੜੀ FIR ਗਾਂਧੀ ਨਗਰ ਥਾਣੇ ਵਿੱਚ ਦਰਜ ਹੈ। ਉਹ FIR ਇੰਨੀ ਵਾਇਰਲ ਨਹੀਂ ਹੋਈ WhatsApp ਤੇ ਜਿੰਨਾ ਸਾਡੇ ਤੇ ਇਲਜ਼ਾਮ ਲਗਾਇਆ ਗਿਆ 420 ਜਗਤਾਰ ਸਿੰਘ ਰਾਗੀ ਤੇ ਲੱਗ ਗਈ। ਉਹ ਥਾਂ ਜਿਹੜੀ ਪੋਸਟ ਵਾਇਰਲ ਕੀਤੀ ਗਈ ਉਹ ਪੋਸਟਾਂ ਦੇ ਜਿਸ ਤਰ੍ਹਾਂ ਇਹ ਮੈਂ ਐਵੀਡੈਂਸ ਆਪ ਜੀ ਨੂੰ ਦੱਸੀ ਜਾ ਰਿਹਾ, ਉਹਨਾਂ ਦੀਆਂ ਜਗ੍ਹਾ ਰੇਡਸ ਹੋ ਰਹੀਆਂ ਹਨ। ਇਹ 2 ਮਹੀਨੇ ਪਹਿਲੇ ਦੇ ਮੇਰੇ ਤੇ ਹਮਲਾ ਵੀ ਕਰਵਾ ਕੇ ਮੈਨੂੰ ਫੋਨ ਤੇ ਧਮਕਾ ਕੇ ਵੀ ਇਹਨਾਂ ਦੇ ਖਿਲਾਫ ਤੇ FIR ਰਜਿਸਟਰਡ ਹੈ। ਇਹਨਾਂ ਨੇ ਉਹ ਨਹੀਂ ਸੰਗਤਾਂ ਨੂੰ ਦੱਸਿਆ, ਜਦਕਿ ਸਿੱਧਾ ਹੀ ਮੇਰੇ ਤੇ ਇਲਜ਼ਾਮ ਲਗਾਇਆ। ਇੱਥੇ 3 ਤਰੀਕ ਨੂੰ ਜੰਮੂ ਦੇ ਅੰਦਰ ਇੱਕ ਮਹਾਨ ਗੁਰਮਤਿ ਸਮਾਗਮ ਹੋਇਆ ਹੈ ਜਿਹੜਾ ਲੰਬੇ ਸਮੇਂ ਬਾਅਦ ਸਾਡੇ ਜੰਮੂ ਕਸ਼ਮੀਰ ਦੀ ਸਿੱਖੀ ਦਾ ਧੁਰਾ ਹੈ, ਸ਼੍ਰੋਮਣੀ ਡੇਰਾ ਨੰਗਾਲੀ ਸਾਹਿਬ। ਉਸ ਨੰਗਾਲੀ ਸਾਹਿਬ ਵਿੱਚ ਇੱਥੇ 400 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਉਸ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ ਕਿ ਸਮੂਹ ਪੰਥਕ ਜਥੇਬੰਦੀਆਂ ਨੇ ਇੱਕ ਪਲੇਟਫਾਰਮ ਤੇ ਆ ਕੇ ਉਹ ਸਮਾਗਮ ਕੀਤਾ। ਕਈ ਲੋਕ ਆਪਣੀ ਨਿੱਜੀ ਗਰਜ਼ਾਂ ਵਾਲੇ ਜੰਮੂ 'ਚ ਬੈਠੇ ਹਨ ਜਿਨ੍ਹਾਂ ਨੂੰ ਉਹ ਪਚ ਨਹੀਂ ਰਿਹਾ ਸੀ ਕਿ ਇਹ ਸਮਾਗਮ ਹੋ ਗਿਆ ਤੇ ਜਥੇਬੰਦੀਆਂ ਇਕੱਠੀਆਂ ਹੋ ਜਾਣਗੀਆਂ। ਆਦਰਨੀय ਕੋਰਟ ਨੇ ਫੌਰਨ ਇਨਵੈਸਟੀਗੇਸ਼ਨ ਵਾਸਤੇ ਸਾਡੇ SP ਸਾਊਥ ਗਾਂਧੀ ਨਗਰ ਨੂੰ ਡਾਇਰੈਕਸ਼ਨ ਦੇ ਦਿੱਤੀ ਹੈ ਕਿ ਇਹਨਾਂ ਨੂੰ ਬੁਲਾ ਕੇ ਪੂਰੇ ਮੈਟਰ ਨੂੰ ਇਨਵੈਸਟੀਗੇਟ ਕਰਕੇ ਉੱਤੇ ਰਿਪੋਰਟ ਸਬਮਿਟ 6 ਹਫ਼ਤਿਆਂ ਦੇ ਅੰਦਰ ਕਰਾਈ ਜਾਏ। ਉਹਨਾਂ ਨੇ ਅਗਰ ਮੇਰੇ ਖਿਲਾਫ ਕੋਈ ਐਸੀ ਤੱਥਾਂ ਦੇ ਆਧਾਰ ਤੋਂ ਬਿਨਾਂ ਕੋਈ ਗੱਲ ਕੀਤੀ, ਮੈਂ ਉਹਨਾਂ ਦੇ ਪਾਸਪੋਰਟ ਇੰਪਾਊਂਡ ਕਰਾਉਣ ਤੱਕ ਜਿਹੜੀ ਕੰਪਲੇਂਟ ਹੈ ਇਮੀਗ੍ਰੇਸ਼ਨ ਵਿੱਚ ਕੋਰਟ ਦੇ ਸਹਾਰਾ ਲੈ ਕੇ ਮੈਂ ਜ਼ਰੂਰ ਕਰਾਂਗਾ, ਕਿਉਂਕਿ ਤੱਥਾਂ ਦੇ ਆਧਾਰ ਤੋਂ ਬਿਨਾਂ ਮੇਰੇ ਖਿਲਾਫ ਕੋਈ ਐਸੀ ਗੱਲ ਨਾ ਕੀਤੀ ਜਾਏ। ਸੋ ਇਹ ਲੋਕ ਜਿਹੜੇ ਹਨ ਉਹ ਆਪਣੀ ਜੰਮੂ ਪੁਲਿਸ ਕੋਲੋਂ ਇੱਥੋਂ ਨੱਸੇ ਹੋਏ ਹਨ। ਜਲਦੀ ਪੁਲਿਸ ਇਹਨਾਂ ਨੂੰ ਰਿਕਵਰ ਕਰੇ ਔਰ ਇਹਨਾਂ ਕੋਲ ਪਤਾ ਲਾਏ। ਜਿਹੜੇ ਲੰਬੇ ਸਮੇਂ ਤੋਂ ਕਹਿ ਰਹੇ ਸਨ ਵੀਰ ਜੀ ਤੁਸੀਂ ਨਹੀਂ ਬੋਲ ਰਹੇ, ਘੱਟੋ ਇਹ ਸਾਰੇ ਵੀਰਾਂ ਨੇ ਕਹਿ ਰਹੇ ਸਨ ਕਿ ਵੀਰ ਜੀ ਅਸੀਂ ਤੁਹਾਡੇ ਕਰਕੇ ਅਗਰ ਅਸੀਂ ਕੋਈ ਵੀਡੀਓ ਪਾਈਏ, ਤੁਸੀਂ 2 ਵੀਡੀਓ ਪਵਾ ਸਕਦੇ ਹੋ, ਮੈਂ 200 ਪਵਾ ਸਕਦਾ, ਪਰ ਇਹ ਦਾਤ ਤੁਹਾਡੇ ਕੋਲ ਹੀ ਰਵੇ। ਮੈਂ ਸਾਰਿਆਂ ਨੂੰ ਕਿਹਾ ਸੀ ਵੀਰ ਜੀ ਸੱਚਾਈ ਕਿਉਂ, ਸੱਚਾਈ ਸੱਚ ਰਹਿਣਾ ਮੇਰਾ ਮਸਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਭ ਤੋਂ ਪਹਿਲਾਂ ਮੈਂ ਪ੍ਰਿੰਟ ਮੀਡੀਆ ਦਾ, ਇਲੈਕਟ੍ਰੋਨਿਕ ਮੀਡੀਆ ਦਾ ਬਹੁਤ ਥੈਂਕਸ ਕਰਦਾ ਜਿਨ੍ਹਾਂ ਨੇ ਬੜੇ ਸ਼ਾਰਟ ਨੋਟਿਸ ਤੇ ਅੱਜ ਇੱਥੇ ਆਪ ਜੀ ਆਏ ਹੋ। ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਵਿਸ਼ਾ ਜਿਹੜਾ ਪ੍ਰੈਸ ਕਾਨਫਰੰਸ ਦਾ ਪਿਛਲੇ ਕੁਝ ਸਮੇਂ ਤੋਂ ਜਿਹੜਾ ਤਕਰੀਬਨ ਬੜੇ ਵਿਵਾਦਕ ਬਿਆਨ, ਬੜੇ ਤਰੀਕੇ ਦੇ ਐਲੀਗੇਸ਼ਨ ਜੋ ਦਾਸ ਤੇ ਪ੍ਰਥਾएं ਪਿਛਲੇ ਕੁਝ ਮਹੀਨਿਆਂ ਤੋਂ ਆਪ ਜੀ ਦੇਖ ਰਹੇ ਹੋ, ਕਿਉਂਕਿ ਦੇਸ਼ ਵਿਦੇਸ਼ਾਂ ਵਿੱਚ ਬੈਠੀਆਂ ਸਿੱਖ ਸੰਗਤਾਂ ਜਿਹੜੀਆਂ ਸਾਨੂੰ ਬਤੌਰੇ ਕੀਰਤਨੀਏ ਹੋਣ ਕਰਕੇ ਪਿਆਰ ਕਰਦੀਆਂ ਹਨ, ਉਹ ਬੜੀ ਦੁਬਿਧਾ ਵਿੱਚ ਸਨ। ਅੱਜ ਦੀ ਪ੍ਰੈਸ ਕਾਨਫਰੰਸ ਜੋ ਪਿਛਲੇ ਮਹੀਨੇ ਵਿੱਚ ਤਕਰੀਬਨ ਮੇਰੇ ਤੇ ਲੱਗੇ ਐਲੀਗੇਸ਼ਨਾਂ ਨੂੰ ਲੈ ਕੇ ਹੈ। ਪਰ ਸਭ ਤੋਂ ਪਹਿਲਾਂ ਮੈਂ ਸਮੁੱਚੀਆਂ ਸਿੱਖ ਸੰਗਤਾਂ, ਕਿਉਂਕਿ ਪ੍ਰੈਸ ਮੀਡੀਆ ਭਾਵੇਂ ਜੰਮੂ ਦਾ ਹੈ ਲੇਕਿਨ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਇਸ ਪ੍ਰੈਸ ਕਾਨਫਰੰਸ ਨੂੰ ਵੇਖਣਗੀਆਂ ਔਰ ਉਤਾਵਲੀਆਂ ਵੀ ਸਨ। ਮੈਂ ਸਭ ਤੋਂ ਪਹਿਲਾਂ ਇਸ ਕੜੀ ਨੂੰ ਜੋੜਦੇ ਹੋਇਆ ਕਿ ਜੋ ਘਟਨਾਕ੍ਰਮ ਪਿਛਲੇ 3-4 ਮਹੀਨਿਆਂ 5 ਮਹੀਨਿਆਂ ਵਿੱਚ ਹੋਏ ਨੇ ਉਹਦਾ ਕਾਰਨ ਕੀ ਹੈ, ਮੁੱਢਲਾ ਕਾਰਨ ਕੀ ਹੈ। ਸਾਡੇ ਜੰਮੂ ਕਸ਼ਮੀਰ ਦੀ ਇੱਕ ਮਹਾਨ ਸ਼ਖਸੀਅਤ ਸੀ ਸਰਦਾਰ ਤਰਲੋਚਨ ਸਿੰਘ ਵਜ਼ੀਰ, ਜਿਨ੍ਹਾਂ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਉਹ ਜੰਮੂ ਕਸ਼ਮੀਰ ਗੁਰਦੁਆਰਾ ਅਫੇਅਰ ਸਟੇਟ ਬੋਰਡ ਦੇ ਤਕਰੀਬਨ 15-17 ਸਾਲ ਉਹ ਚੇਅਰਮੈਨ ਸਨ। ਉਸ ਤੋਂ ਬਾਅਦ ਮੈਂਬਰ ਲੈਜਿਸਲੇਟਿਵ ਕੌਂਸਲ ਸਰਕਾਰੇ ਦਰਬਾਰੇ ਵੀ ਉਹਨਾਂ ਨੇ ਮਾਣ ਹਾਸਲ ਕੀਤਾ। ਆਲ ਟਰਾਂਸਪੋਰਟ ਜਿਹੜਾ J&K ਦਾ ਟਰਾਂਸਪੋਰਟ ਹੈ ਤਕਰੀਬਨ ਪਿਛਲੇ 15 ਸਾਲਾਂ ਤੋਂ ਉਸ ਦੇ ਵੀ ਚੇਅਰਮੈਨ ਸਨ। ਤੇ ਉਸ ਤੋਂ ਬਾਅਦ ਸਿੱਖਾਂ ਦੀ ਆਵਾਜ਼ ਦਿੱਲੀ ਤੱਕ ਪਹੁੰਚਾਉਣ ਵਾਲੇ ਇੱਕ ਬੁਲੰਦ ਨੇਤਾ ਸਨ। ਉਸ ਤੋਂ ਇਲਾਵਾ ਕਿ ਅਗਰ ਦਾਸ ਅੱਜ ਰਾਗੀ ਜਗਤਾਰ ਸਿੰਘ ਬਤੌਰੇ ਕੀਰਤਨੀਆਂ ਹੋਣ ਕਰਕੇ ਦੇਸ਼ ਵਿਦੇਸ਼ਾਂ ਵਿੱਚ ਸਿੱਖ ਸੰਗਤਾਂ ਵਿੱਚ ਪਹੁੰਚਿਆ ਹੈ, ਜਿੱਥੇ ਸਭ ਤੋਂ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਇਹ ਸੇਵਾ ਬਖਸ਼ੀ ਸੀ। ਉਸ ਤੋਂ ਬਾਅਦ ਅਗਰ ਜੰਮੂ ਕਸ਼ਮੀਰ ਵਿੱਚ ਦਾਸ ਦੀ ਅਗਰ ਬਾਂਹ ਫੜੀ, ਉਹ ਸਭ ਤੋਂ ਜ਼ਿਆਦਾ ਸਰਦਾਰ ਤਰਲੋਚਨ ਸਿੰਘ ਵਜ਼ੀਰ ਨੇ ਫੜੀ ਸੀ। ਉਹਨਾਂ ਦੇ ਨਾਲ ਪਰਿਵਾਰਕ ਸੰਬੰਧ ਔਰ ਪਿਛਲੇ 20 ਸਾਲ ਦਾ ਮੇਰਾ ਰਿਸ਼ਤਾ ਸੀ। ਮੈਂ ਦੱਸ ਦਿਆਂ ਕਿ ਉਹਨਾਂ ਦਾ 2021 ਵਿੱਚ ਦਿੱਲੀ ਵਿਖੇ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਇੱਕ ਸਾਜ਼ਿਸ਼ ਦੇ ਤਹਿਤ। ਉਸ ਕਤਲ ਹੋਣ ਤੋਂ ਬਾਅਦ ਇਹ ਜਿਹੜਾ ਸਿਲਸਿਲਾ ਤੁਸੀਂ ਪਿਛਲੇ ਮਹੀਨਿਆਂ ਦਾ ਵੇਖ ਰਹੇ ਹੋ, ਇਹ ਸਾਰਾ ਸਿਲਸਿਲਾ ਸ਼ੁਰੂ ਹੋ ਗਿਆ। ਕਾਰਨ ਕਿ ਉਹਨਾਂ ਦੇ ਨਾਲ ਸਾਡੀ ਇੰਨੀ ਅਟੁੱਟ ਸਾਂਝ, ਕਤਲ ਹੋ ਗਿਆ
ਕਤਲ ਦੀ ਫੇਰ ਇਨਵੈਸਟੀਗੇਸ਼ਨ ਥਾਂ ਥਾਂ ਤੇ ਦਾਸ ਇੱਕ ਬੁਲਾਰਾ ਹੈ, ਉਹ ਹਮੇਸ਼ਾ ਆਵਾਜ਼ ਬੁਲੰਦ ਕਰਦਾ ਆਇਆ ਹੈ। ਜਿੱਥੇ ਪਰਿਵਾਰ ਖੜਾ ਹੈ ਉਸ ਕਤਲ ਕੇਸ ਨੂੰ ਸੁਲਝਾਉਣ ਵਿੱਚ ਉਹਦੀ ਪੈਰਵੀ ਕਰ ਰਿਹਾ ਹੈ, ਤੇ ਪਰਿਵਾਰ ਦੇ ਨਾਲ ਖੜੇ ਹੋਣ ਦਾ ਖਮਿਆਜ਼ਾ ਜਿਹੜਾ ਇਹ ਮੈਨੂੰ ਪਿਛਲੇ ਸਮੇਂ ਦਾ ਸਾਰਾ ਭੁਗਤਣਾ ਪੈ ਰਿਹਾ ਹੈ। ਹੁਣ ਮੈਂ ਆ ਜਾਂਦਾ ਆਪਣੇ ਏਜੰਡਿਆਂ ਉੱਪਰ ਕਿ ਮੇਰੇ ਤੇ ਜਿਹੜੇ ਲੱਗੇ ਇਲਜ਼ਾਮ ਸਨ ਉਹ ਕਿਸ ਮੁਤਾਬਕ, ਕਿਸ ਲੜੀ, ਕਿਸ ਸੀਕੁਐਂਸ ਦੇ ਮੁਤਾਬਕ ਚੱਲੇ ਆ। ਸਭ ਤੋਂ ਪਹਿਲਾਂ ਸਰਦਾਰ ਤਰਲੋਚਨ ਸਿੰਘ ਵਜ਼ੀਰ 3 ਸਤੰਬਰ ਨੂੰ 2021 ਵਿੱਚ ਉਹਨਾਂ ਦਾ ਕਤਲ ਹੋਇਆ। ਠੀਕ ਅੰਤਮ ਅਰਦਾਸ 17 ਸਤੰਬਰ ਨੂੰ ਹੋਈ। ਠੀਕ 6 ਦਿਨ ਬਾਅਦ ਇੱਕ ਪੋਸਟ ਜੰਮੂ ਵਿੱਚ ਵਾਇਰਲ ਕੀਤੀ ਗਈ, ਕਿਉਂਕਿ ਪਿਛਲੇ 20 ਸਾਲਾਂ ਵਿੱਚ ਕਦੀ ਵੀ ਦਾਸ ਦੇ ਖਿਲਾਫ ਕੋਈ ਐਲੀਗੇਸ਼ਨ, ਕੋਈ FIR ਕਦੀ ਨਹੀਂ ਹੋਈ। ਜਿਉਂ ਤਰਲੋਚਨ ਸਿੰਘ ਵਜ਼ੀਰ ਉਹਨਾਂ ਦਾ ਕਤਲ ਹੋਇਆ, ਅਸੀਂ ਪਰਿਵਾਰ ਨਾਲ ਖੜੇ ਹੋਏ ਆ, ਇਹ ਘਟਨਾਕ੍ਰਮ ਸ਼ੁਰੂ ਹੋਇਆ। 23 ਸਤੰਬਰ ਨੂੰ ਤਕਰੀਬਨ ਇੱਕ ਪੋਸਟ ਵਾਇਰਲ ਹੋਈ ਜਿਸ ਵਿੱਚ ਇੱਕ ਗੁਰਦੁਆਰਾ ਸਾਹਿਬ ਨੂੰ ਰੱਖੇ ਇੱਕ ਪ੍ਰੋਗਰਾਮ ਨੂੰ ਲੈ ਕੇ ਵਿਵਾਦ ਸੀ। ਦਾਸ ਨਾ ਤਾਂ ਉਸ ਦਿਨ ਜੰਮੂ ਦੀ ਧਰਤੀ ਤੇ ਸੀ, ਨਾ ਉਸ ਨੂੰ ਪਤਾ ਕਿਸ ਨੇ ਕੀਰਤਨ ਕੀਤਾ, ਕਿਸ ਨੇ ਪ੍ਰਸ਼ਾਦ ਦੇਗ ਵਰਤਾਈ। ਉਹ ਪ੍ਰੋਗਰਾਮ ਜਦੋਂ ਇੱਕ ਵਿਵਾਦਕ ਬਣਿਆ, ਉਸ ਪ੍ਰੋਗਰਾਮ ਨੂੰ ਮੇਰੀ ਫੋਟੋ ਕੈਪਚਰ ਕਰਕੇ YouTube ਤੋਂ ਥੱਲੇ ਇੱਕ ਪੋਸਟ ਸ਼ੇਅਰ ਕਰਕੇ ਅਖੀਰ ਵਿੱਚ ਉਸਦੇ ਲਿਖਿਆ ਗਿਆ ਕਿ ਇਹ ਸਾਰਾ ਕੁਝ ਹੋਣ ਤੋਂ ਬਾਅਦ ਇਹ ਸਾਰਾ ਪ੍ਰੋਗਰਾਮ ਰਾਗੀ ਜਗਤਾਰ ਸਿੰਘ ਨੇ ਕਰਵਾਇਆ ਤੇ ਇਸ ਦਾ ਸੋਸ਼ਲ ਬਾਈਕਾਟ ਕੀਤਾ ਜਾਏ। ਸਾਧ ਸੰਗਤ, ਉਦੋਂ ਮੈਂ ਪ੍ਰੈਸ ਕਾਨਫਰੰਸ ਵੀ ਨਾਲੋਂ ਨਾਲ ਹੀ ਕਰ ਦਿੱਤੀ ਸੀ। ਇਹ ਉਸ ਪ੍ਰੈਸ ਕਾਨਫਰੰਸ ਦੀ ਜਿਹੜੀ ਕਾਪੀ ਹੈ ਜਿਸ ਵਿੱਚ ਪੂਰਾ ਉਸ ਦਾ ਸਪਸ਼ਟੀਕਰਨ ਮੈਨੇਜਰ ਗੁਰਦੁਆਰਾ ਸਾਹਿਬ ਦੇ ਬਿਠਾ ਕੇ, ਔਰ ਮੈਂ ਇੱਥੇ ਹੈ ਹੀ ਨਹੀਂ ਸੀ, ਉਹ ਮੈਂ ਦੇ ਦਿੱਤਾ ਸੀ। ਨਾਲ ਹੀ ਉਸ ਦੀ ਮੈਂ FIR ਜਿਹੜੀ ਗਾਂਧੀ ਨਗਰ ਪੁਲਿਸ ਸਟੇਸ਼ਨ ਥਾਣੇ ਵਿੱਚ ਜਿਨ੍ਹਾਂ ਲੋਕਾਂ ਨੇ ਉਸ ਨੂੰ ਜ਼ਿਆਦਾ ਫਾਰਵਰਡ ਕੀਤਾ, ਉਹਨਾਂ ਲੋਕਾਂ ਦੇ ਉਹ ਐਵੀਡੈਂਸਿਸ ਇਕੱਠੇ ਕਰਕੇ ਵਿਦ ਪ੍ਰੂਫ ਮੈਂ ਇਹ ਜਿਹੜੀ FIR ਗਾਂਧੀ ਨਗਰ ਥਾਣੇ ਵਿੱਚ ਦਰਜ ਹੈ ਸਤੰਬਰ ਦੇ ਮਹੀਨੇ ਦੀ, ਇਹ ਉਸ ਦੀ ਕਾਪੀ ਹੈ। ਉਸ ਤੋਂ ਬਾਅਦ ਜਦੋਂ ਉਹ ਮਨਸੂਬਾ ਵੀ ਉਹਨਾਂ ਦਾ ਕਾਮਯਾਬ ਨਹੀਂ ਹੋਇਆ, ਉਸ ਤੋਂ ਬਾਅਦ ਸਾਡੇ ਤੇ ਇੱਕ FIR ਲੱਗੀ ਸੀ। ਮੈਂ ਜੰਮੂ ਦੀ ਸਾਧ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਸ ਵਿੱਚ ਸਾਡੇ ਤੇ 420 ਸੈਕਸ਼ਨ ਦੇ ਤਹਿਤ ਹੋਰ ਸੈਕਸ਼ਨਾਂ ਮਿਲਾ ਕੇ ਚਾਂਦ ਨਗਰ ਗੁਰਦੁਆਰਾ ਸਾਹਿਬ ਇੱਕ ਗੋਲਕ ਨੂੰ ਲੈ ਕੇ ਸਾਡੇ ਤੇ FIR ਅਤੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਕੱਤਰ ਸਾਹਿਬ ਦੇ ਉੱਪਰ ਇੱਕ FIR ਲਗਾ ਦਿੱਤੀ ਗਈ, ਜਿਸ FIR ਦਾ ਹਵਾਲਾ ਦਿੰਦਿਆਂ ਸਾਡੇ ਸਤਿਕਾਰਯੋਗ ਸਰਦਾਰ ਦਰਬਿੰਦਰ ਸਿੰਘ ਜੀ ਜਿਹੜੇ ਕੈਸ਼ੀਅਰ ਹਨ ਉਹਨਾਂ ਵੱਲੋਂ ਲਗਾਈ ਗਈ ਸੀ। ਉਹਨਾਂ ਨੇ ਹਵਾਲਾ ਦਿੱਤਾ ਸੀ ਕਿ 2019 ਵਿੱਚ, ਇਹ ਨੋਟ ਕਰਨਾ ਜੀ, 2019 ਵਿੱਚ ਇੱਕ ਸਮਾਗਮ ਹੋਇਆ ਸੀ। ਉਸ ਸਮਾਗਮ ਵਿੱਚ ਜਿਹੜਾ ਗੋਲਕ ਨੂੰ ਲੈ ਕੇ ਸਾਡੇ ਤਿੰਨਾਂ ਦੇ ਖਿਲਾਫ FIR ਲਗਾ ਦਿੱਤੀ ਗਈ ਤੇ ਦਾਸ ਦਾ ਜਿਸ ਵਿੱਚ ਗੋਲਕ ਦੇ ਪ੍ਰਥਾਏ ਆਰੋਪ ਸੀ, ਉਹ FIR ਜਿਹੜੀ ਲਗਾਈ ਗਈ ਉਸ ਵਿੱਚ ਕਿਹਾ ਗਿਆ ਸੀ ਇੱਕ ਪ੍ਰੋਗਰਾਮ। ਸਾਧ ਸੰਗਤ, ਉਹ ਇੱਕ ਪ੍ਰੋਗਰਾਮ ਨਹੀਂ ਸੀ, ਉਹ ਪ੍ਰੋਗਰਾਮ ਸੀ ਕੌਣ ਬਣੇਗਾ ਗੁਰਸਿੱਖ ਪਿਆਰਾ, ਜਿਸ ਨੂੰ ਵਰਲਡ ਵਾਈਡ ਸੰਗਤਾਂ ਨੇ ਪਿਆਰ ਦਿੱਤਾ, ਸਤਿਕਾਰ ਦਿੱਤਾ। ਤਕਰੀਬਨ ਇੰਡੀਆ ਦੀਆਂ 8-10 ਸਟੇਟਾਂ ਦੇ ਅੰਦਰ ਉਹ ਪ੍ਰੋਗਰਾਮ ਚੱਲਿਆ, ਜਿਸ ਵਿੱਚ ਦਰਬਾਰ ਸਾਹਿਬ, ਮੰਜੀ ਸਾਹਿਬ, ਦੀਵਾਨ ਹਾਲ ਇੱਥੋਂ ਨਗਰ ਕੀਰਤਨ ਗਿਆ। ਉਹ ਗ੍ਰੈਂਡ ਫਿਨਾਲੇ ਪ੍ਰੋਗਰਾਮ ਜਿਹੜਾ ਜੰਮੂ ਦੀ ਧਰਤੀ ਤੋਂ ਪਹਿਲੇ ਆਰੰਭ ਹੋਇਆ ਸੀ, ਅਖੀਰ ਵਿੱਚ ਉਹ ਪ੍ਰੋਗਰਾਮ ਜਿਹੜਾ ਜੰਮੂ ਦੀ ਧਰਤੀ ਤੇ ਖਤਮ ਹੋਇਆ ਸੀ। ਔਰ ਕਾਰਨ ਉਹ ਪ੍ਰੋਗਰਾਮ ਦੇ ਕਰਤਾ ਧਰਤਾ ਵੀ ਸਰਦਾਰ ਤਰਲੋਚਨ ਸਿੰਘ ਵਜ਼ੀਰ ਸਨ, ਜਿਨ੍ਹਾਂ ਦੇ ਆਪਣੇ ਕਈ ਅਲਫਾਜ਼ ਭਾਵੇਂ ਉਹ ਬੰਗਲਾ ਸਾਹਿਬ ਤੇ ਭਾਵੇਂ ਉਸ ਗ੍ਰੈਂਡ ਫਿਨਾਲੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ, ਸਭ ਅਸੀਂ ਹਲੇ ਗੁਪਤ ਰੱਖਿਆ ਸੀ। ਉਸ ਕਰਤਾ ਧਰਤਾ ਹੋਣ ਦੇ ਨਾਤੇ 2019 ਵਿੱਚ ਉਹ ਸ਼ਖਸ ਸੁੱਤਾ ਹੋਇਆ ਸੀ। 2021 ਵਿੱਚ ਸਰਦਾਰ ਤਰਲੋਚਨ ਸਿੰਘ ਵਜ਼ੀਰ ਦੇ ਕਤਲ ਤੋਂ ਬਾਅਦ ਉਹਨੂੰ ਯਾਦ ਆ ਗਿਆ ਕਿ ਇਹ ਗੋਲਕ ਕਿੱਥੇ ਗਈ ਤੇ ਮੇਰਾ ਨਾਮ ਉਸ ਵਿੱਚ ਐਂਟਰ ਕਰ ਦਿੱਤਾ ਗਿਆ। ਕਿਸ ਸਾਜ਼ਿਸ਼ ਦੇ ਨਾਲ ਕੀਤਾ, ਕਿਸ ਸੋਚ ਦੇ ਨਾਲ ਕੀਤਾ, ਮੈਨੂੰ ਤੇ ਬੜਾ ਅਫਸੋਸ ਲੱਗਿਆ ਉਹਨਾਂ ਤੋਂ ਕਿ ਮੈਨੂੰ ਇੱਕ ਵਾਰ ਪੁੱਛ ਤਾਂ ਲੈਂਦੇ ਕਿ ਇਹ ਸਾਰਾ ਕਾਰਾ ਕੀ ਹੈ। ਲੇਕਿਨ FIR ਜਦੋਂ ਦਰਜ ਹੋ ਗਈ, ਬਹੁਤ ਸਾਰੀਆਂ ਸੰਗਤਾਂ ਦੇਸ਼ ਵਿਦੇਸ਼ਾਂ ਵਿੱਚ ਬੈਠੀਆਂ, ਕਿਉਂ ਉਹ ਉਹਨਾਂ ਦੇ ਹਿਰਦੇ ਬਲੁੰਦਰੇ ਗਏ। ਕਾਰਨ ਇੱਕ ਕਤਲ ਹੋ ਰਿਹਾ ਹੈ ਉੱਗੇ ਨੇਤਾ ਦਾ, ਉਹ FIR ਇੰਨੀ ਵਾਇਰਲ ਨਹੀਂ ਹੋਈ WhatsApp ਤੇ ਜਿੰਨਾ ਸਾਡੇ ਤੇ ਇਲਜ਼ਾਮ ਲਗਾਇਆ ਗਿਆ 420 ਜਗਤਾਰ ਸਿੰਘ ਰਾਗੀ ਤੇ ਲੱਗ ਗਈ। ਉਹ ਥਾਂ ਥਾਂ ਜਿਹੜੀ ਪੋਸਟ ਵਾਇਰਲ ਕੀਤੀ ਗਈ, ਉਹ ਪੋਸਟਾਂ ਦੇ ਜਿਸ ਤਰ੍ਹਾਂ ਇਹ ਮੈਂ ਐਵੀਡੈਂਸ ਆਪ ਜੀ ਨੂੰ ਦੱਸੀ ਜਾ ਰਿਹਾ, ਬਹੁਤ ਸਾਰੇ ਐਵੀਡੈਂਸ ਮੈਂ ਗਾਂਧੀ ਨਗਰ ਮੈਂ ਐਵੀਡੈਂਸ ਜਿਹੜੇ ਇਕੱਠੇ ਕੀਤੇ ਹੋਏ ਹਨ, ਜਿਸ ਵਿੱਚ ਸਾਡੇ ਉੱਗੇ ਨੇਤਾ, ਜੰਮੂ ਦੇ ਆਪਣੇ ਆਪ ਨੂੰ ਕਹਿਣ ਵਾਲੇ ਉੱਗੇ ਨੇਤਾ, ਪ੍ਰਮੁੱਖ ਨੇਤਾ, ਉਹਨਾਂ ਨੇ ਵੀ ਸਾਡੀਆਂ ਪੋਸਟਾਂ ਵਾਇਰਲ ਕੀਤੀਆਂ। ਪਰ ਅੱਜ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਮੈਨੂੰ ਸੰਗਤਾਂ ਕਹਿ ਰਹੀਆਂ ਸੀ ਭਾਈ ਸਾਹਿਬ ਤੁਸੀਂ ਜਵਾਬ ਦਿਓ। ਜਦੋਂ ਇੱਕ ਕਾਨੂੰਨੀ ਪ੍ਰੋਸੈਸ ਵਿੱਚ ਇਨਸਾਨ ਆ ਜਾਂਦਾ ਹੈ, ਪਹਿਲੇ ਉਸ ਨੂੰ ਉੱਥੋਂ ਸਫਾਈ ਚਾਹੀਦੀ ਹੁੰਦੀ ਹੈ, ਉਸ ਤੋਂ ਬਾਅਦ ਉਹ ਸਾਹਮਣੇ ਆਵੇ, ਜ਼ਿਆਦਾ ਲੌਜੀਕਲੀ ਉਹ ਕਲੀਅਰ ਹੁੰਦਾ ਹੈ। ਇਹ ਉਸ FIR ਦੀ ਕਾਪੀ ਹੈ ਜਿਹੜੀ ਸਾਡੇ ਤੇ ਲੱਗੀ ਸੀ ਸੈਕਸ਼ਨਾਂ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਆਫਟਰ ਦੀ ਥਾਰੋ ਇਨਵੈਸਟੀਗੇਸ਼ਨ, ਜਿੰਨੀ ਵੀ ਇਨਵੈਸਟੀਗੇਸ਼ਨ ਪੂਰੀ ਕੀਤੀ ਗਈ ਹੈ, ਉਸ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀ ਸਾਨੂੰ ਇਹ ਉਸ ਦੀ ਜਿਹੜੀ ਕਾਪੀ ਆਈ ਹੈ, ਇਹ ਕੇਸ ਹੀ ਨਹੀਂ ਐਡਮਿਟ ਹੋਇਆ।
ਸੋ ਕਲੋਜ਼ਰ ਰਿਪੋਰਟ ਜਿਹੜੀ ਹੈ ਸਾਨੂੰ ਕਲੀਨ ਚਿੱਟ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਅਥਾਰਟੀ ਨੇ ਸਾਨੂੰ ਦੇ ਦਿੱਤੀ ਹੈ। ਉਹ 420 ਲਗਾਈ ਜ਼ਰੂਰ ਸਾਡੇ ਤੇ ਗਈ ਪਰ ਉਹ ਸਾਬਤ ਨਹੀਂ ਕਰ ਪਾਏ। ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਅਸੀਂ ਅੱਜ ਕੋਰਟ ਦੇ ਵਿੱਚ ਕਲੋਜ਼ਰ ਰਿਪੋਰਟ ਪੇਸ਼ ਹੋ ਗਈ ਹੈ। ਜਿਹੜੀ ਇਨਵੈਸਟੀਗੇਸ਼ਨ ਅਥਾਰਟੀ ਸੀ ਉਹਨਾਂ ਵੱਲੋਂ ਸਾਨੂੰ ਇਹ ਜਿਹੜੀ ਕਾਪੀ ਹੈ ਇਹ ਸਾਨੂੰ ਉਹਨਾਂ ਵੱਲੋਂ ਜਿਹੜੀ ਕਲੀਨ ਚਿੱਟ ਜਿਹੜੀ ਹੈ ਇਨਵੈਸਟੀਗੇਸ਼ਨ ਅਥਾਰਟੀ ਵੱਲੋਂ ਦੇ ਦਿੱਤੀ ਗਈ ਹੈ। ਪਰ ਇੰਨਾ ਵੱਡਾ ਹਮਲਾ ਕਿ 420 ਸੈਕਸ਼ਨ ਤੁਸੀਂ ਸਾਡੇ ਤੇ ਲਗਾ ਕੇ ਪੂਰੀ ਦੁਨੀਆ ਵਿੱਚ ਮੈਨੂੰ ਭੰਡਿਆ ਪ੍ਰਚਾਰਿਆ, ਕਿਉਂਕਿ ਕੀਰਤਨੀਆਂ ਵਾਸਤੇ ਉਸ ਦੀ ਇੱਜ਼ਤ 20 ਸਾਲ ਲੱਗੇ ਮੈਨੂੰ ਇਸ ਜਗ੍ਹਾ ਤੱਕ ਪਹੁੰਚਦਿਆਂ। ਔਰ ਇਹ ਭਰਾ ਮਾਰੂ ਜੰਗ ਜਿਹੜੀ ਤੁਸੀਂ ਸ਼ੁਰੂ ਕੀਤੀ, ਅਸੀਂ 10 ਕਿਲੋਮੀਟਰ ਦੀ ਦੂਰੀ ਵਿੱਚ ਤੁਹਾਡੇ ਕੋਲ ਰਹਿੰਦੇ ਸਾਂ, ਪਰ ਮੈਂ ਉਸ ਤੋਂ ਬਾਅਦ ਜਿਹੜਾ ਮਾਨਯੋਗ ਕੋਰਟ ਹੈ ਉਸ ਦਾ ਦਰਵਾਜ਼ਾ ਖੜਕਾਇਆ ਕਿ ਇਸ ਐਲੀਗੇਸ਼ਨ ਸਾਡੇ ਤੇ ਝੂਠਾ ਲਗਾਇਆ ਗਿਆ, ਝੂਠੀ FIR ਹੋਈ। ਅੱਜ ਅਸੀਂ ਇੱਥੋਂ ਜਿਹੜੀ ਸਾਨੂੰ ਕਲੀਨ ਚਿੱਟ ਜਿਹੜੀ ਇਨਵੈਸਟੀਗੇਸ਼ਨ ਅਥਾਰਟੀ ਵੱਲੋਂ ਮਿਲੀ ਹੈ, ਉਸ ਤੋਂ ਬਾਅਦ ਮੈਂ ਜਿਹੜੀ ਆਪਣੀ ਕੰਪਲੇਂਟ ਕੀਤੀ ਸੀ, ਕੰਪਲੇਂਟ ਵਿੱਚ ਮੈਂ ਉਹਨਾਂ ਦੇ ਖਿਲਾਫ ਸਿਵਲ ਜਿਹੜਾ ਡੈਫੇਮੇਸ਼ਨ ਹੈ, ਮਾਨਹਾਨੀ ਦਾ ਦਾਵਾ 1 ਕਰੋੜ ਰੁਪਏ ਦਾ ਸਰਦਾਰ ਦਰਬਿੰਦਰ ਸਿੰਘ ਦੇ ਖਿਲਾਫ ਕੀਤਾ ਹੈ, ਜਿਸ ਦੇ ਨੋਟਿਸ ਵੀ ਜਾਰੀ ਹੋ ਚੁੱਕੇ ਹਨ। ਉਹਨਾਂ ਨੂੰ ਜਲਦੀ ਉਹਨਾਂ ਤੱਕ ਪਹੁੰਚ ਜਾਣਗੇ। ਇਹ ਮੇਰੀ ਜਿਹੜੀ ਹੈ ਮਾਨਯੋਗ ਕੋਰਟ ਨੇ ਐਕਸੈਪਟ ਕਰਕੇ ਉਹਨਾਂ ਉੱਪਰ ਇਹ ਜਿਹੜਾ ਮਾਨਹਾਨੀ ਦਾ ਦਾਵਾ ਕੇਸ ਫਾਈਲ ਕੀਤਾ ਹੈ। ਉਸ ਤੋਂ ਬਾਅਦ ਕ੍ਰਿਮੀਨਲ ਜੋ ਉਹਨਾਂ ਦੇ ਖਿਲਾਫ ਕ੍ਰਿਮੀਨਲ ਪ੍ਰੋਸੀਡਿੰਗ ਵੀ ਜਿਹੜੀ ਕੋਰਟ ਵੱਲੋਂ ਸਟਾਰਟ ਕਰ ਦਿੱਤੀ ਗਈ ਹੈ। ਇਹ ਕ੍ਰਿਮੀਨਲ ਪ੍ਰੋਸੀਡਿੰਗ ਦੀ ਜਿਹੜੀ ਮੇਰੀ ਕੰਪਲੇਂਟ ਪਲੱਸ ਕੋਰਟ ਨੇ ਉਹਨਾਂ ਨੂੰ ਹੁਣ ਤਲਬ ਕੀਤਾ ਹੋਇਆ ਹੈ, ਉਹ ਨੋਟਿਸ ਉਹਨਾਂ ਨੂੰ ਪਹੁੰਚ ਜਾਣਗੇ। ਜੋ ਉਹਨਾਂ ਨੇ ਮੇਰੇ ਤੇ ਐਲੀਗੇਸ਼ਨ ਲਗਾਏ ਹੁਣ ਜਵਾਬ ਜਿਹੜਾ ਕੋਰਟ ਵਿੱਚ ਆ ਕੇ ਦੇਣਗੇ। ਇਹ ਮੈਂ ਉਹਨਾਂ ਦੇ ਖਿਲਾਫ ਕੀਤਾ ਸੀ। ਉਸ ਤੋਂ ਬਾਅਦ ਜਦੋਂ ਸਾਡੀ ਇਹ FIR ਵਾਇਰਲ ਹੋਈ, ਬਹੁਤ ਸਾਰੇ ਪਤਵੰਤੇ, ਪਤਾ ਨਹੀਂ ਮੈਨੂੰ ਸਮਝ ਨਹੀਂ ਆਈ, ਮੇਰਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ, ਇੱਕ ਸੇਵਕ ਸਿੰਘ ਨਾਮ ਤੋਂ ਜਿਹੜੇ 에ਅਰਪੋਰਟ ਦੇ ਨਜ਼ਦੀਕ ਰਹਿੰਦੇ ਹਨ, ਉਹਨਾਂ ਨੇ ਵੀ ਇੱਕ ਨਵਾਂ ਮੁੱਦਾ ਉਜਾਗਰ ਕਰਕੇ ਸਾਨੂੰ ਕਿਹਾ ਗਿਆ ਅਰੈਸਟ ਨਹੀਂ ਹੋ ਰਹੇ ਜਾਂ ਬਹੁਤ ਸਾਰੀਆਂ ਐਸੀਆਂ ਗੱਲਾਂ ਕੀਤੀਆਂ, ਬਹੁਤ ਭੱਦੀ ਸ਼ਬਦਾਵਲੀ। ਮੈਂ ਕਹਿੰਦਾ ਜਗਤਾਰ ਸਿੰਘ ਨੂੰ ਛੱਡ ਦਿਓ, ਇੱਕ ਕੀਰਤਨੀਆ ਗੁਰੂ ਘਰ ਦਾ ਕੋਈ ਵੀ ਹੋਵੇ ਉਸ ਦੇ ਪ੍ਰਤੀ ਸ਼ਬਦਾਵਲੀ ਵਰਤਣ ਤੋਂ ਪਹਿਲਾਂ ਫਿਰ ਤੁਸੀਂ ਸਿੱਖ ਨਹੀਂ ਅਖਵਾ ਸਕਦੇ। ਮੈਂ ਉਹਨਾਂ ਨੇ ਵੀ ਕੁਝ ਐਸੇ ਵਰਡਸ ਜਿਹੜੇ ਬੜੇ ਸੰਗਤਾਂ ਦੇ ਹਿਰਦੇ ਵਲੂੰਦਰੇ ਗਏ ਸਨ ਔਰ ਬੜੀ ਦੁਬਦਾ ਸੰਗਤਾਂ ਵਿੱਚ ਪੈਦਾ ਹੋਈ ਸੀ। ਮੈਂ ਮਾਨਯੋਗ ਕੋਰਟ ਨੂੰ ਉਹਨਾਂ ਦੇ ਪ੍ਰਤੀ ਵੀ ਗੁਹਾਰ ਲਗਾਈ ਸੀ। ਉਹਨਾਂ ਦੇ ਪ੍ਰਤੀ ਵੀ ਮੈਂ 1 ਕਰੋੜ ਦਾ ਮਾਨਹਾਨੀ ਦਾ ਦਾਵਾ ਜੋ ਕੇਸ ਫਾਈਲ ਕੀਤਾ ਹੈ, ਉਹਨਾਂ ਦੇ ਵੀ ਨੋਟਿਸ ਨਿਕਲ ਗਏ ਹਨ, ਉਹਨਾਂ ਨੂੰ ਵੀ ਕੋਰਟ ਨੇ ਤਲਬ ਕਰ ਲਿਆ ਹੈ। ਉਸ ਤੋਂ ਬਾਅਦ ਕ੍ਰਿਮੀਨਲ ਪ੍ਰੋਸੀਡਿੰਗ ਵੀ ਜਿਹੜੀ ਉਹਨਾਂ ਦੇ ਤਹਿਤ ਇਹ ਮੈਂ ਉਹਨਾਂ ਦੇ ਖਿਲਾਫ ਜਿਹੜਾ ਕਾਰਵਾਈ ਕੀਤੀ ਹੈ, ਇਹ ਮੇਰੇ ਕੋਲ ਸਾਰਾ ਮੇਰੀ ਕੰਪਲੇਂਟ ਅਤੇ ਨੋਟਿਸ ਹਨ, ਉਹਨਾਂ ਨੂੰ ਜਲਦੀ ਇਹ ਨੋਟਿਸ ਮਿਲ ਜਾਣਗੇ। ਉਸ ਤੋਂ ਬਾਅਦ ਜਿਹੜੀ ਕਾਰਵਾਈ ਕੋਰਟ ਵਿੱਚ ਆ ਕੇ ਸਾਬਤ ਕਰਨ ਕਿ ਜਗਤਾਰ ਸਿੰਘ ਦੇ ਖਿਲਾਫ ਅਗਰ ਤੁਸੀਂ ਬੋਲਿਆ ਤੁਹਾਡੇ ਕੋਲ ਤੱਥ ਕੀ ਹੈ। ਹੁਣ ਸਾਧ ਸੰਗਤ ਜੀ, ਮੈਂ ਬੇਨਤੀ ਕਰਦਾ ਕਿ ਇੱਕ ਜਿਹੜਾ ਭਖਦਾ ਮਸਲਾ ਪਿਛਲੇ ਦਿਨਾਂ ਵਿੱਚ ਜਲੰਧਰ ਤੋਂ ਇੱਕ ਵੀਡੀਓ ਵਾਇਰਲ ਹੋਈ, 2 ਸ਼ਖਸ ਜਿਹੜੇ ਆਪਣੇ ਆਪ ਨੂੰ ਦੱਸ ਰਹੇ ਹਨ ਅਸੀਂ ਕੋਈ ਟਕਸਾਲ ਦੇ ਨਾਲ ਸੰਬੰਧਿਤ ਆ। ਟਕਸਾਲ ਜਿਹੜੀ ਹੈ ਪੰਥ ਦੀ ਬੜੀ ਸਤਿਕਾਰਕ ਨੁਮਾਇੰਦਗੀ ਕਰਨ ਵਾਲੀ ਜਥੇਬੰਦੀ ਹੈ, ਪਰ ਉਹਨਾਂ ਨੇ ਜਿਹੜਾ ਅਪਸ਼ਬਦ ਜਿਹੜੇ ਆਪਣੇ ਵੀਡੀਓ ਵਿੱਚ ਬੋਲ ਕੇ ਸੰਗਤਾਂ ਨੂੰ ਇੰਨਾ ਭਰਮਾ ਦਿੱਤਾ ਕਿ ਸਾਰਿਆਂ ਨੇ ਸੋਚਿਆ ਕਿ ਪਤਾ ਨਹੀਂ ਭਾਈ ਜਗਤਾਰ ਸਿੰਘ ਨੇ ਕਿਹੜਾ ਕੋਈ ਐਸਾ ਗੁਨਾਹ ਕਰ ਦਿੱਤਾ ਹੈ। ਮੈਂ ਉਹਨਾਂ ਦੇ ਪ੍ਰਤੀ ਆਪ ਜੀ ਨੂੰ ਦੱਸਣਾ ਚਾਹੁੰਦਾ, ਇਹ ਉਹ 2 ਸ਼ਖਸ ਹਨ ਜਿਨ੍ਹਾਂ ਨੇ ਇੱਕ ਵੈਬ ਚੈਨਲ TV ਤੇ ਆਪਣਾ ਇੰਟਰਵਿਊ ਦਿੱਤਾ। ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ, ਧਿਆਨ ਨਾਲ ਸੁਣਿਓ। ਇਹ ਸ਼ਖਸ ਵੀ 2019 ਵਿੱਚ ਇੱਕ ਮੈਟਰ ਕਲੋਜ਼ ਹੋਇਆ ਹੈ। ਤਰਲੋਚਨ ਸਿੰਘ ਵਜ਼ੀਰ ਦੇ ਕਤਲ ਤੋਂ ਬਾਅਦ ਨਵੰਬਰ ਦੇ ਮਹੀਨੇ ਮੈਨੂੰ ਕਾਲ ਆਂਦੀ ਹੈ ਇਸ ਸ਼ਖਸ ਦੀ, ਇੱਕ ਦੀ, ਜਿਸ ਨੂੰ ਮੈਂ ਜਾਣਦਾ ਤੱਕ ਨਹੀਂ, ਔਰ ਕਾਲ ਜਿਹੜੀ ਡਿਟੇਲ ਹੈ ਔਰ ਰਿਕਾਰਡਿੰਗ ਹੈ ਉਹ ਸਾਰੀ ਮੈਂ ਇਨਵੈਸਟੀਗੇਸ਼ਨ ਪਾਰਟੀ ਦੇ ਦਿੱਤੀ ਹੋਈ ਹੈ। ਨਵੰਬਰ ਦੇ ਮਹੀਨੇ ਮੈਨੂੰ ਧਮਕਾਇਆ ਵੀ ਜਾਂਦਾ ਹੈ, ਮੈਨੂੰ ਕਿਹਾ ਜਾਂਦਾ ਅਸੀਂ ਤੁਹਾਨੂੰ ਡਿਫੇਮ ਵੀ ਕਰਾਂਗੇ, ਪ੍ਰੈਸ ਕਾਨਫਰੰਸ ਵੀ ਕਰਾਂਗੇ। ਸੋ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਕਾਲ ਕਰਨ ਤੋਂ ਬਾਅਦ ਨਹੀਂ ਉਹਨਾਂ ਦਾ ਕੋਈ ਮਨਸੂਬਾ ਹੋਇਆ ਜੰਮੂ 'ਚ ਆ ਕੇ ਉਹ ਲੋਕਾਂ ਨੂੰ ਮਿਲੇ। ਉਹਨਾਂ ਨੇ ਇਹ ਮੰਨਿਆ ਕਿ ਅਸੀਂ ਇੱਥੇ ਆ ਕੇ ਪ੍ਰਮੁੱਖ ਨੇਤਾ ਨੂੰ ਮਿਲ ਕੇ ਗਏ ਹਾਂ ਔਰ ਉਸ ਤੋਂ ਬਾਅਦ ਮੇਰੇ ਤੇ ਜਾਨਲੇਵਾ ਹਮਲਾ ਕਰਾਇਆ ਗਿਆ। ਸਾਧ ਸੰਗਤ, ਅਗਰ ਮੇਰੀਆਂ FIR WhatsApp ਤੇ ਵਾਇਰਲ ਹੋ ਸਕਦੀਆਂ ਹਨ, ਮੈਂ ਵੀ ਚਾਹੁੰਦਾ ਤੇ ਇੰਨੇ ਡਾਕੂਮੈਂਟ ਜਿਹੜੇ ਨਾ ਇਸ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲੇ ਹੀ ਵਾਇਰਲ ਕਰਨੇ ਦੇਣੇ ਸਨ, ਪਰ ਗੁਰੂ ਰਾਮਦਾਸ ਕਿਰਪਾ ਕਰਨ, ਇਹ ਦਾਤ ਉਹਨਾਂ ਕੋਲ ਹੀ ਰੱਖਣ। ਅਸੀਂ ਭਰਾ ਮਾਰੂ ਜੰਗ, ਮੈਨੂੰ ਸੰਗਤ ਕੀਰਤਨ ਦੇ ਰੂਪ ਵਿੱਚ ਹੀ ਕਦੀ ਮੀਡੀਆ ਵੀ ਸੁਣੇ, ਕਦੀ ਵੀ ਇਸ ਤਰੀਕੇ ਦਾ ਨੌਬਤ ਨਾ ਬਣੇ। ਮੈਂ ਮਜਬੂਰ ਹੋ ਕੇ ਸਾਰੇ ਜਥੇਬੰਦੀਆਂ ਦੇ ਕਹਿਣ ਤੇ ਅੱਜ ਤੁਹਾਡੇ ਸਾਹਮਣੇ ਆਇਆ। ਸ਼ਾਇਦ ਮੈਂ ਹਲੇ ਪ੍ਰੋਸੀਡਿੰਗ ਆਪਣੀ ਕਾਨੂੰਨੀ ਰੱਖਣੀ ਸੀ। ਉਸ ਵਿੱਚ ਇਹ ਜਿਹੜੇ 2 ਸ਼ਖਸ ਹਨ ਜਿਨ੍ਹਾਂ ਨੇ ਮੇਰੇ ਤੇ ਹਮਲਾ ਵੀ ਕਰਵਾਇਆ, ਇਹਨਾਂ ਦੇ ਖਿਲਾਫ ਛੰਨੀ ਹਿੰਮਤ ਪੁਲਿਸ ਸਟੇਸ਼ਨ ਥਾਣੇ ਵਿੱਚ 13 ਫਰਵਰੀ ਦੀ FIR ਰਜਿਸਟਰਡ ਹੈ। ਆਪ ਜੀ ਨੂੰ ਜਾਣਕਾਰੀ ਦੇ ਦਿਆਂ ਕਿ ਇਹ 31 ਤਰੀਕ 10 ਦਿਨ ਪਹਿਲਾਂ ਇਹ ਇੱਥੇ ਆਪਣੀ ਵੀਡੀਓ ਵਿੱਚ ਕਹਿ ਰਹੇ ਹਨ ਕਿ ਜਗਤਾਰ ਸਿੰਘ ਨੇ ਠੱਗੀ ਮਾਰੀ। ਉਸ ਤੋਂ ਪਹਿਲਾਂ 2 ਮਹੀਨੇ ਪਹਿਲੇ ਦੀ ਇਹ ਜੰਮੂ ਪੁਲਿਸ ਕੋਲੋਂ ਨੱਸੇ ਹੋਏ ਹਨ, ਇਹਨਾਂ ਦੀਆਂ ਜਗ੍ਹਾ ਜਗ੍ਹਾ ਰੇਡਸ ਹੋ ਰਹੀਆਂ ਹਨ। ਇਹ 2 ਮਹੀਨੇ ਪਹਿਲੇ ਦੇ ਮੇਰੇ ਤੇ ਹਮਲਾ ਵੀ ਕਰਵਾ ਕੇ ਮੈਨੂੰ ਫੋਨ ਤੇ ਧਮਕਾ ਕੇ ਵੀ
ਇਹਨਾਂ ਦੇ ਖਿਲਾਫ ਤੇ FIR ਰਜਿਸਟਰਡ ਹੈ, ਇਹਨਾਂ ਨੇ ਉਹ ਨਹੀਂ ਸੰਗਤਾਂ ਨੂੰ ਦੱਸਿਆ, ਜਦਕਿ ਸਿੱਧਾ ਹੀ ਮੇਰੇ ਤੇ ਇਲਜ਼ਾਮ ਲਗਾਇਆ। ਔਰ ਇਲਜ਼ਾਮ ਲਗਾਇਆ ਕਿਹਨਾਂ ਦਿਨਾਂ ਵਿੱਚ, ਜਿਨ੍ਹਾਂ ਦਿਨਾਂ ਵਿੱਚ ਮੈਂ ਦੱਸਣਾ ਚਾਹੁੰਦਾ ਕਿ 31 ਤਰੀਕ ਨੂੰ ਇਹਨਾਂ ਦੀ ਵੀਡੀਓ ਵਾਇਰਲ ਹੋਈ, ਜਿਸ ਵਿੱਚ ਇਹਨਾਂ ਨੇ ਆਪਣੀ ਖਾਲੀ ਗੱਲ ਠੱਗੀ ਦੀ ਨਹੀਂ ਰੱਖੀ, ਉਸ ਤੋਂ ਇਲਾਵਾ ਮੇਰੇ ਨਿੱਜੀ ਜੀਵਨ ਦੇ ਖਿਲਾਫ ਇੰਨੀਆਂ ਭੱਦੀ ਸ਼ਬਦਾਵਲੀਆਂ ਵਰਤੀਆਂ ਔਰ ਕਿਹਾ ਸਾਨੂੰ ਜੰਮੂ ਦੇ ਸਿੰਘਾਂ ਨੇ ਦੱਸਿਆ। ਮੈਂ ਅਥਾਰਟੀ ਨੂੰ ਬੇਨਤੀ ਕਰਦਾ ਇਨਵੈਸਟੀਗੇਟ ਕੀਤਾ ਜਾਏ ਕਿਹੜੇ ਜੰਮੂ ਦੇ ਲੋਕਾਂ ਨੂੰ ਆ ਕੇ ਇੱਥੇ ਮਿਲ ਕੇ ਗਏ ਨੇ, ਕਿਹੜੇ ਲੋਕ ਹਨ। ਔਰ ਉਹ ਜਿਹੜਾ ਉੱਥੇ FIR ਦੀ ਕਾਪੀ ਦੱਸ ਰਿਹਾ ਕਿ 70 ਲੱਖ ਦਾ ਗੁਰਦੁਆਰਾ ਵੇਚ ਦਿੱਤਾ, ਉਹ ਇਹਨਾਂ ਨੂੰ ਇੰਨੀ ਸਮਝ ਨਹੀਂ ਆਈ ਕਿ ਉਹ ਜਿਹੜੀ FIR ਚਾਂਦਨਗਰ ਵਾਲੀ ਲੱਗੀ ਸੀ ਉਸ ਵਿੱਚ ਸਾਨੂੰ ਇਨਵੈਸਟੀਗੇਸ਼ਨ ਅਥਾਰਟੀ ਨੇ ਕਲੀਨ ਚਿਟ ਦੇ ਦਿੱਤੀ ਹੋਈ ਸੀ। ਪਰ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਉਹ ਵੀਡੀਓ ਵਾਇਰਲ ਕੀਤੀ, ਕਿਉਂਕਿ ਪਹਿਲੇ ਮੈਨੂੰ ਧਮਕੀ ਦੇ ਚੁੱਕੇ ਸਨ ਕਿ ਤੁਹਾਨੂੰ ਅਸੀਂ ਬਦਨਾਮ ਕਰਨਾ ਹੈ। ਔਰ ਮੈਂ ਦੱਸ ਦਿਆਂ ਕਿ ਉਸ ਵਿੱਚ ਅੱਜ ਅਗਰ ਸਮਾਜ ਵਿੱਚ ਵਰਲਡ ਵਾਈਡ ਕਿਸੇ ਨੂੰ ਫੇਮਸ ਕਰਨਾ ਹੈ ਤਾਂ ਵੀ ਸਾਡੇ ਕੋਲ ਸੋਸ਼ਲ ਮੀਡੀਆ ਹੈ, ਅਗਰ ਕਿਸੇ ਨੂੰ ਡਿਫੇਮ ਕਰਨਾ ਹੈ ਤਾਂ ਵੀ ਸਾਡੇ ਕੋਲ ਸੋਸ਼ਲ ਮੀਡੀਆ ਹੈ। ਉਹ ਵੀਡੀਓ ਵਾਇਰਲ ਕਿਸ ਦੌਰਾਨ ਕੀਤੀ ਗਈ, ਸਮੁੱਚੀ ਸੰਗਤ ਵਰਲਡ ਦੀ ਸੁਣ ਲੇ ਕਿ ਇੱਥੇ 3 ਤਰੀਕ ਨੂੰ ਜੰਮੂ ਦੇ ਅੰਦਰ ਇੱਕ ਮਹਾਨ ਗੁਰਮਤਿ ਸਮਾਗਮ ਹੋਇਆ ਹੈ, ਜਿਹੜਾ ਲੰਬੇ ਸਮੇਂ ਬਾਅਦ ਸਾਡੇ ਜੰਮੂ ਕਸ਼ਮੀਰ ਦੀ ਸਿੱਖੀ ਦਾ ਧੁਰਾ ਹੈ, ਸ਼੍ਰੋਮਣੀ ਡੇਰਾ ਨੰਗਾਲੀ ਸਾਹਿਬ। ਉਸ ਨੰਗਾਲੀ ਸਾਹਿਬ ਵਿੱਚ ਇੱਥੇ 400 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਉਸ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ ਕਿ ਸਮੂਹ ਪੰਥਕ ਜਥੇਬੰਦੀਆਂ ਨੇ ਇੱਕ ਪਲੇਟਫਾਰਮ ਤੇ ਆ ਕੇ ਉਹ ਸਮਾਗਮ ਕੀਤਾ। ਕਈ ਲੋਕ ਆਪਣੀ ਨਿੱਜੀ ਗਰਜ਼ਾਂ ਵਾਲੇ ਜੰਮੂ 'ਚ ਬੈਠੇ ਹਨ, ਜਿਨ੍ਹਾਂ ਨੂੰ ਉਹ ਪਚ ਨਹੀਂ ਰਿਹਾ ਸੀ ਕਿ ਇਹ ਸਮਾਗਮ ਹੋ ਗਿਆ ਤੇ ਜਥੇਬੰਦੀਆਂ ਇਕੱਠੀਆਂ ਹੋ ਜਾਣਗੀਆਂ। ਦਾਸ ਵੀ ਉਸੇ ਅਹਿਮ ਰੋਲ ਨਿਭਾ ਰਿਹਾ ਸੀ। 2 ਮਹੀਨੇ ਤੋਂ ਇਹ ਜਿਹੜੇ ਸ਼ਖਸ ਹਨ ਇਹ ਪੁਲਿਸ ਕੋਲੋਂ ਗਾਇਬ ਹਨ। 31 ਤਰੀਕ ਨੂੰ ਇਹ ਉੱਥੇ ਆਪਣੀ ਵੀਡੀਓ ਵਾਇਰਲ ਕਰਕੇ ਇੱਕ ਚੈਨਲ ਉੱਪਰ ਆ ਕੇ ਤੇ ਆਪਣਾ ਇਹ ਜਿਹੜਾ ਭੱਦੀ ਸ਼ਬਦਾਵਲੀ ਮੇਰੇ ਵਾਸਤੇ ਨਹੀਂ ਬਲਕਿ ਮੇਰੀ ਮਾਤਾ ਨੂੰ ਵੀ ਇਹਨਾਂ ਨੇ ਇਨਵੋਲਵ ਕਰ ਲਿਆ। ਔਰ ਮੈਂ ਇਹਨਾਂ ਨੂੰ ਕਾਨੂੰਨੀ ਤੌਰ ਤੇ ਜਿੱਥੇ ਵੀ ਮੈਨੂੰ ਲੜਾਈ ਲੜਨੀ ਪਏਗੀ ਕਿ ਮੇਰੀ ਫੈਮਿਲੀ, ਅੱਜ ਮੈਂ ਤੁਹਾਨੂੰ ਦੱਸ ਦਿਆਂ ਕਿ ਮੇਰੀ ਫੈਮਿਲੀ ਇੰਨੀ ਹਰਾਸਮੈਂਟ ਵਿੱਚ ਹੈ, ਇੰਨੀ ਡਿਪਰੈਸ਼ਨ ਵਿੱਚ ਹੈ, ਤੁਸੀਂ ਅੰਦਾਜ਼ਾ ਲਗਾਓ ਕਿ ਮੇਰੇ ਨਾਲ ਪਿਛਲੇ ਮਹੀਨਿਆਂ ਦਾ ਕੀ ਵਰਤ ਰਿਹਾ। ਔਰ ਮੇਰੇ ਮਾਤਾ ਜਿਹੜੇ BP ਦੇ ਮਰੀਜ਼ ਹਨ, ਮੈਂ ਇਹ ਅਪੀਲ ਕਰਦਾ ਕਿ ਅਗਰ ਮੈਨੂੰ ਕਿਤੇ ਐਕਸੀਡੈਂਟ ਵਿੱਚ ਮੇਰਾ ਪਰਿਵਾਰ, ਮੇਰੇ ਬੱਚੇ, ਅਗਰ ਮੇਰੀ ਮਾਤਾ ਨੂੰ ਕੁਝ ਹੋਇਆ, ਸਭ ਤੋਂ ਪਹਿਲੇ ਇਹ ਲੋਕ ਜ਼ਿੰਮੇਵਾਰ ਹੋਣਗੇ। ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਗੱਲ ਕਹੀਆਂ ਕਿ ਇਹ ਪ੍ਰਮੁੱਖ ਨੇਤਾ ਨੂੰ ਆ ਕੇ ਜੰਮੂ ਜਿਨ੍ਹਾਂ ਲੋਕਾਂ ਨੂੰ ਮਿਲ ਗਏ, ਮੈਂ ਅਥਾਰਟੀ ਨੂੰ ਬੇਨਤੀ ਕਰਦਾ, ਪੁਲਿਸ ਨੂੰ ਬੇਨਤੀ ਕਰਦਾ, ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾਏ ਕਿ ਕਿੰਨਾ ਲੋਕਾਂ ਨੂੰ ਮਿਲ ਕੇ ਔਰ ਉਹ ਕਿਹੜੇ ਲੋਕ ਹਨ ਜਿਹੜੇ ਮੇਰੀ ਪਰਸਨਲ ਇਹਨਾਂ ਨੂੰ ਚੀਜ਼ਾਂ ਦੱਸ ਰਹੇ ਹਨ। ਔਰ ਉਹ ਸਾਰੇ ਲੋਕ ਜਿਹੜੇ ਉਸ ਇਨਵੈਸਟੀਗੇਸ਼ਨ ਵਿੱਚ ਆਉਣਗੇ, ਮੈਨੂੰ ਕਿਧਰੇ ਵੀ ਕੁਝ ਹੋਇਆ, ਮੇਰੀ ਮਾਤਾ ਨੂੰ ਹੋ ਗਿਆ, ਉਹਨਾਂ ਦੇ ਮੈਂ ਨਾਮ ਇੱਥੇ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ। ਪਰ ਹੁਣ ਮੈਂ ਇਹਨਾਂ ਦੇ ਪ੍ਰਤੀ ਜ਼ਿਆਦਾ ਕੁਝ ਨਹੀਂ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਕੀ ਕੀਤਾ, ਕੀ ਗੱਲ ਕੀਤੀ, ਕਿਸ ਤਰ੍ਹਾਂ ਮੇਰੇ ਖਿਲਾਫ ਕੋਈ ਸਾਜ਼ਿਸ਼ ਰਚੀ। ਵਰਲਡ ਵਾਈਡ ਮੈਂ ਸਿੱਖਾਂ ਨੂੰ ਬੇਨਤੀ ਕਰਦਾ, ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੇ 2 ਮਹੀਨੇ ਪਹਿਲੇ ਦਿਨ ਤੇ ਇੱਥੇ FIR ਰਜਿਸਟਰਡ ਹੈ, ਇਹ ਪੁਲਿਸ ਕੋਲੋਂ ਨੱਸੇ ਹੋਏ ਹਨ। ਪਰ ਮਾਨਨੀय ਆਦਰਨੀय ਕੋਰਟ ਨੂੰ ਮੈਂ ਅਪੀਲ ਕੀਤੀ ਸੀ ਇਹਨਾਂ ਦੇ ਖਿਲਾਫ ਜਿਹੜੀ ਹੈ, ਇਹਨਾਂ ਦੇ ਖਿਲਾਫ ਵੀ ਮੈਂ 1.5 ਕਰੋੜ ਦਾ ਮਾਨਹਾਨੀ ਦਾ ਦਾਵਾ ਜਿਹੜਾ ਉਹ ਕੋਰਟ ਵਿੱਚ ਮੈਂ ਕੀਤਾ। ਔਰ ਉਸ ਚੈਨਲ ਦੇ ਖਿਲਾਫ ਵੀ ਜਿਨੇ ਇਹ ਚੈਨਲ ਨੇ ਮੇਰੀ ਨਿਊਜ਼ ਇੱਕ ਤਰਫੀ ਸੁਣ ਕੇ ਉਹ ਚਲਾਈ ਹੈ, ਉਸ ਦੇ ਖਿਲਾਫ ਵੀ ਮੈਂ 1.5 ਕਰੋੜ ਦਾ ਜਿਹੜਾ ਇਹਨਾਂ ਤਿੰਨਾਂ ਦੇ ਖਿਲਾਫ 1.5 ਕਰੋੜ ਦਾ ਮਾਨਹਾਨੀ ਦਾ ਦਾਵਾ ਸਿਵਲ ਜੋ ਡਿਫੇਮੇਸ਼ਨ ਕੀਤੀ ਹੈ। ਨਾਲ ਹੀ ਕ੍ਰਿਮੀਨਲ ਪ੍ਰੋਸੀਡਿੰਗ ਵੀ ਇਹਨਾਂ ਦੇ ਖਿਲਾਫ ਸ਼ੁਰੂ ਹੋ ਕੇ ਆਦਰਨੀय ਕੋਰਟ ਨੇ ਫੌਰਨ ਇਨਵੈਸਟੀਗੇਸ਼ਨ ਵਾਸਤੇ ਸਾਡੇ SP ਸਾਊਥ ਗਾਂਧੀਨਗਰ ਨੂੰ ਡਾਇਰੈਕਸ਼ਨ ਦੇ ਦਿੱਤੀ ਹੈ ਕਿ ਇਹਨਾਂ ਨੂੰ ਬੁਲਾ ਕੇ ਔਰ ਇਹ ਪੂਰੇ ਮੈਟਰ ਨੂੰ ਇਨਵੈਸਟੀਗੇਟ ਕਰਕੇ ਉੱਤੇ ਰਿਪੋਰਟ ਸਬਮਿਟ 6 ਹਫ਼ਤਿਆਂ ਦੇ ਅੰਦਰ ਕਰਾਈ ਜਾਏ। ਸੋ ਮੈਂ ਅਪੀਲ ਕਰਦਾ ਕਿ ਇਹ ਜਿਹੜੇ ਲੋਕ ਹਨ, ਇਹਨਾਂ ਨੇ ਕਿੰਨਾ ਲੋਕਾਂ ਦੇ ਨਾਲ ਇਹਨਾਂ ਦੇ ਜੰਮੂ 'ਚ ਸੰਪਰਕ ਸਨ, ਇਹਨਾਂ ਲੋਕਾਂ ਨੇ ਮੇਰੇ ਤੇ ਹਮਲਾ ਕਰਾਇਆ, ਕਿਸ ਤਰ੍ਹਾਂ ਹੋਇਆ, ਇਹਨਾਂ ਨੇ ਮੈਨੂੰ ਕਾਲ ਕੀਤੀ, ਕਿਉਂ ਕੀਤੀ। ਹੁਣ ਇਹ ਕੋਰਟ ਵਿੱਚ ਆ ਕੇ ਮੈਨੂੰ ਕੋਈ ਕੁਝ ਕਹਿਣ ਦੀ ਆਪਣੀ ਸਫਾਈ ਦੀ ਜ਼ਰੂਰਤ ਨਹੀਂ। ਮੈਂ ਇੱਕ ਬੇਨਤੀ ਕਰ ਦਿਆਂ ਕਿ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਕਹਿੰਦੇ ਨੇ ਭਾਈ ਸਾਹਿਬ ਤੁਸੀਂ ਜਵਾਬ ਨਹੀਂ ਦਿੰਦੇ, ਜਦੋਂ ਮੈਂ ਹੈ ਹੀ ਗਲਤ ਨਹੀਂ ਆ, ਮੈਨੂੰ ਜਵਾਬ ਦੇਣ ਦੀ ਜ਼ਰੂਰਤ ਨਹੀਂ। ਹਾਂ, ਕਾਨੂੰਨੀ ਦਾਇਰੇ ਵਿੱਚ ਮੇਰੇ ਖਿਲਾਫ ਅਗਰ ਕੋਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ, ਕੌਂਸਪੀਰੇਸੀ ਰਚੀ ਜਾ ਰਹੀ ਹੈ, ਮੈਂ ਉਸ ਦਾ ਜਵਾਬ ਕਾਨੂੰਨੀ ਦਾਇਰੇ ਵਿੱਚ ਲੈ ਕੇ ਆ ਰਿਹਾ। ਮੈਂ ਅਪੀਲ ਕਰਦਾ ਸਿੱਖ ਸੰਗਤਾਂ ਨੂੰ। ਹੁਣ ਇੱਕ ਹੋਰ ਰਿਊਮਰ ਜਿਹੜਾ ਮੈਨੂੰ ਸੰਗਤ ਜਿਹੜੀ ਪਿਆਰ ਕਰਨ ਵਾਲੀ ਹੈ ਪਤਾ ਲੱਗ ਰਿਹਾ ਹੈ ਕਿ ਇਹ ਫਾਰਨ 'ਚੋਂ ਵੀ ਮੇਰੇ ਖਿਲਾਫ ਕੋਈ ਨਾ ਕੋਈ ਵੀਡੀਓ ਉੱਥੋਂ ਪ੍ਰਾਪੋਗੰਡਾ ਕਰਕੇ ਪੁਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਅਪੀਲ ਕਰਦਾ ਕਿ ਇਹ ਪ੍ਰਮੁੱਖ ਨੇਤਾ ਜਿਹੜੇ ਲੋਕ, ਮੈਂ ਅੱਜ ਨਾਮ ਨਹੀਂ ਲੈ ਰਿਹਾ, ਪਰ ਮੈਂ ਇਹ ਬੜੇ ਚੰਦ ਅਲਫਾਜ਼ਾਂ ਵਿੱਚ ਕਹਿ ਰਿਹਾ ਕਿ ਉਹਨਾਂ ਨੇਤਾ ਦੀ FIR ਜਿਹੜੀ ਗਾਂਧੀਨਗਰ ਰਜਿਸਟਰਡ ਹੈ, ਉਹ ਨੇਤਾ ਆਪ ਕਿੰਨਾ ਸਿਸਟਮ ਵਿੱਚ ਇਨਵੋਲਵ ਹਨ, ਉਹ ਮੈਂ ਕਾਪੀਜ਼ ਨਾਲ ਲਗਾਈਆਂ ਹੋਈਆਂ ਹਨ। ਉਸ ਤੋਂ ਬਾਅਦ ਜਿਹੜੀ ਚਾਮਨਗਰ ਦੀ FIR ਵਾਇਰਲ ਹੋਈ, ਉਹ ਨੇਤਾ ਉਹ ਵੀ ਮੇਰੀ FIR ਵਾਇਰਲ ਕਰ ਰਹੇ ਨੇ। ਉਹ ਪ੍ਰਮੁੱਖ ਨੇਤਾ ਹੁਣ ਆ ਕੇ ਜਿਹੜਾ ਇਹ ਪੰਜਾਬ ਤੋਂ ਹੋ ਰਿਹਾ, ਇਹ ਵੀ WhatsApp ਤੇ ਉਹਨਾਂ ਨੇ ਵਾਇਰਲ ਕੀਤਾ ਹੈ। ਔਰ ਉਹ ਨੇਤਾ ਆਪ ਕਿਸ ਸਿਸਟਮ ਵਿੱਚ ਇਨਵੋਲਵ ਹਨ, ਅਗਲੀ ਵਾਰ ਮੈਂ ਨਾਮ ਲੈਣ ਤੋਂ ਵੀ ਗੁਰੇਜ਼ ਨਹੀਂ ਕਰਾਂਗਾ। ਪਰ ਇਨ ਰਾਈਟਿੰਗ ਸਰਦਾਰ ਤਰਲੋਚਨ ਸਿੰਘ ਵਜ਼ੀਰ ਦੇ ਖਿਲਾਫ
ਤਕਰੀਬਨ 1 ਸਾਲ ਪਹਿਲਾਂ ਜਿਹੜੀ ਸਸਟੇਨ ਕੰਪੇਨ ਸ਼ੁਰੂ ਕਰ ਦਿੱਤੀ ਸੀ ਸੋਸ਼ਲ ਮੀਡੀਆ ਤੇ ਬਦਨਾਮ ਕਰਨ ਦੀ, ਉਹਦਾ ਕਾਰਾ ਇਹ ਨਿਕਲਿਆ ਕਿ ਅੱਜ ਉਹਨਾਂ ਦਾ ਕਤਲ ਹੋ ਗਿਆ। ਮੇਰੇ ਖਿਲਾਫ ਵੀ ਜਿਹੜੀ ਪਿਛਲੇ 5-6 ਮਹੀਨੇ ਤੋਂ ਇਹ ਕੰਪੇਨ ਚੱਲ ਰਹੀ ਹੈ, ਪਤਾ ਨਹੀਂ ਮੇਰੇ ਵਾਸਤੇ ਕਿਹੜੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ, ਉਹ ਮੈਂ ਜਿਹੜੇ ਐਵੀਡੈਂਸਿਸ ਨਾਲ ਸੋਸ਼ਲ ਮੀਡੀਆ ਤੋਂ WhatsApp ਗਰੁੱਪਾਂ ਤੋਂ ਕਲੈਕਟ ਕਰਕੇ ਮੈਂ ਅਥਾਰਟੀ ਨੂੰ ਦੇ ਰਿਹਾ। ਉਹ ਮੈਂ ਸਾਰਾ ਆਉਣ ਵਾਲੇ ਦਿਨਾਂ ਵਿੱਚ ਕੁਝ ਪ੍ਰੋਸੀਡਿੰਗਸ ਜਿਹੜੀਆਂ ਕੋਰਟ ਹੀ ਚੱਲ ਰਹੀਆਂ ਉਹ ਤੁਹਾਡੇ ਸਾਹਮਣੇ ਮੈਂ ਲੈ ਕੇ ਆਵਾਂਗਾ। ਪਰ ਇਹਨਾਂ ਦੇ ਖਿਲਾਫ ਜਿਹੜਾ ਮੈਂ ਮਾਨਹਾਨੀ ਦਾ ਦਾਅਵਾ ਕੀਤਾ ਹੈ, ਹੁਣ ਮੈਂ ਮਾੜਾ ਚੰਗਾ ਇਹ ਆ ਕੇ ਕੋਰਟ ਵੀ ਸਾਬਤ ਕਰਨ। ਸੋ ਮੈਂ ਅਪੀਲ ਕਰਦਾ ਸਮੁੱਚੀਆਂ ਸਿੱਖ ਸੰਗਤਾਂ ਨੂੰ, ਜੰਮੂ ਕਸ਼ਮੀਰ ਦੇ ਅੰਦਰ ਸਿੱਖ ਚੜ੍ਹਦੀ ਕਲਾ ਵਿੱਚ ਰਹਿ ਰਿਹਾ ਹੈ, ਇਹ ਇੱਥੇ ਸਿਆਸੀ ਭੇਂਟ ਹੋ ਕੇ ਸਾਰਾ ਜਿਹੜਾ ਮੈਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਮੇਰੀ ਅਰਦਾਸ ਹੈ ਕਿ ਐਸੀ ਮਜਬੂਰੀ ਨਾ ਬਣੇ। ਬੜੇ ਦੁਖੀ ਹਿਰਦੇ ਨਾਲ ਆ ਕੇ ਮੈਂ ਮੀਡੀਆ ਦੇ ਸਾਹਮਣੇ ਆ ਰਿਹਾ, ਪਰ ਹੁਣ ਮੈਂ ਇੱਕ ਕਹਿ ਰਿਹਾ ਕਿ ਮੇਰੇ ਖਿਲਾਫ 4 ਦਿਨ ਪਹਿਲਾਂ ਇੱਕ ਪੋਸਟ ਪਾਈ ਗਈ ਹੈ। ਉਸ ਪੋਸਟ ਵਿੱਚ ਮੇਰਾ ਪੂਰਾ ਚਿੱਠਾ ਲਿਖਿਆ ਗਿਆ ਔਰ ਪੂਰੇ ਚਿੱਠੇ ਲਿਖਣ ਵਿੱਚ ਕਿਆ ਸਾਡੀ ਫੈਮਿਲੀ ਨਹੀਂ ਹੈ, ਸਾਡਾ ਪਰਿਵਾਰ ਨਹੀਂ ਹੈ, ਅਸੀਂ ਚੰਗੇ ਕੱਪੜੇ ਨਹੀਂ ਲਗਾ ਸਕਦੇ, ਔਰ ਇੰਨੀ ਘਟੀਆ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਉਸ ਦੀ ਕੰਪਲੇਂਟ ਵੀ ਮੈਂ ਗਾਂਧੀ ਨਗਰ ਦੇ ਦਿੱਤੀ ਹੈ ਔਰ ਮੈਂ ਸਾਰੇ ਉਹ ਜਿਹੜੇ ਨੰਬਰ ਹਨ ਉਹ ਸਾਰੇ ਕਰਕੇ ਕਨੈਕਟ ਕਰਕੇ ਕਿੱਥੋਂ ਕਿਸ ਦਾ ਨੰਬਰ ਚੱਲ ਰਿਹਾ ਮੈਂ ਇਨਵੈਸਟੀਗੇਸ਼ਨ ਵਿੱਚ ਹੈਲਪ ਕਰ ਰਿਹਾ। ਸੋ ਮੇਰੀ ਬੇਨਤੀ ਹੈ ਵੀਰਾਂ ਨੂੰ, ਵੀਰੋ ਤੱਥਾਂ ਦੇ ਆਧਾਰ ਤੋਂ ਬਿਨਾ ਕੋਈ ਵੀ ਚੀਜ਼ ਅੱਗੇ ਵਾਇਰਲ ਨਾ ਕਰੋ। ਜਿਹੜੇ ਫਾਰਨ 'ਚ ਕੋਈ ਵੀਰ ਬੈਠੇ ਜਿਨ੍ਹਾਂ ਨੂੰ ਇਹ ਉਕਸਾਣਗੇ, ਅਗਰ ਉਹ ਕੋਈ ਐਸੀ ਗੱਲ ਕਰਨਗੇ ਤੇ ਮੈਂ ਇਹੀ ਕੋਰਟ ਦਾ ਕਾਨੂੰਨ ਦਾ ਸਹਾਰਾ ਲੈ ਕੇ, ਕਿਉਂਕਿ ਮੈਂ ਇੱਕ ਸਮਾਜਿਕ ਬੰਦਾ ਔਰ ਮੈਂ ਧਾਰਮਿਕ ਬੰਦਾ, ਮੈਂ ਹਮੇਸ਼ਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਾਂਗਾ। ਉਹਨਾਂ ਨੇ ਅਗਰ ਮੇਰੇ ਖਿਲਾਫ ਕੋਈ ਐਸੀ ਤੱਥਾਂ ਦੇ ਆਧਾਰ ਤੋਂ ਬਿਨਾਂ ਕੋਈ ਗੱਲ ਕੀਤੀ, ਮੈਂ ਉਹਨਾਂ ਦੇ ਪਾਸਪੋਰਟ ਇੰਪਾਊਂਡ ਕਰਾਉਣ ਤੱਕ ਜਿਹੜੀ ਕੰਪਲੇਂਟ ਹੈ ਇਮੀਗ੍ਰੇਸ਼ਨ ਵਿੱਚ ਕੋਰਟ ਦੇ ਸਹਾਰਾ ਲੈ ਕੇ ਮੈਂ ਜ਼ਰੂਰ ਕਰਾਂਗਾ, ਕਿਉਂਕਿ ਤੱਥਾਂ ਦੇ ਆਧਾਰ ਤੋਂ ਬਿਨਾਂ ਮੇਰੇ ਖਿਲਾਫ ਕੋਈ ਐਸੀ ਗੱਲ ਨਾ ਕੀਤੀ ਜਾਏ। ਸੋ ਇਹ ਲੋਕ ਜਿਹੜੇ ਹਨ ਉਹ ਆਪਣੀ ਜੰਮੂ ਪੁਲਿਸ ਕੋਲੋਂ ਇੱਥੋਂ ਨੱਸੇ ਹੋਏ ਹਨ। ਜਲਦੀ ਪੁਲਿਸ ਇਹਨਾਂ ਨੂੰ ਰਿਕਵਰ ਕਰੇ ਔਰ ਇਹਨਾਂ ਕੋਲ ਪਤਾ ਲਾਏ ਕਿ ਇਹਨਾਂ ਨੇ ਜਿਹੜੀਆਂ ਲਿਖੀਆਂ ਕਿ ਠੱਗੀ ਮਾਰੀਆਂ ਉਹ ਠੱਗੀਆਂ ਦੱਸਣ। ਉਸ ਤੋਂ ਬਾਅਦ ਜੋ ਮੇਰੇ ਨਿੱਜੀ ਜੀਵਨ ਦੇ ਖਿਲਾਫ ਇਹਨਾਂ ਨੇ ਮੇਰੀ ਵਰਲਡ ਵਾਈਡ ਬਦਨਾਮੀ ਕੀਤੀ ਹੈ ਉਸ ਬਦਨਾਮੀ ਦਾ ਵੀ ਇਹ ਆ ਕੇ ਇੱਥੇ ਸਾਬਤ ਕਰਨਗੇ। ਮੈਂ ਸਾਰੀ ਪੰਥਕ ਜਥੇਬੰਦੀਆਂ ਨੂੰ, ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਸਾਧ ਸੰਗਤ ਕਿ ਕੋਸ਼ਿਸ਼ ਕਰੋ ਕਿ ਅਗਰ ਕੋਈ ਐਸੀ ਗੱਲ ਤੁਹਾਨੂੰ ਕੋਈ ਇੱਕ ਐਸਾ ਆਪਸ ਵਿੱਚ ਕੋਈ ਆਰਗੇਨਾਈਜੇਸ਼ਨਾਂ ਮਿਲ ਕੇ ਕਮੇਟੀ ਗਠਨ ਕਰੋ ਜਿਸ ਵਿੱਚ ਜੋ ਕੁਝ ਮੇਰੇ ਨਾਲ ਵਾਪਰ ਰਿਹਾ, ਜਿੱਥੇ ਮੈਨੂੰ ਬੁਲਾਓਗੇ ਮੈਂ ਉੱਥੇ ਆ ਜਾਵਾਂਗਾ। ਜੋ ਕੁਝ ਮੇਰੇ ਨਾਲ ਵਾਪਰ ਰਿਹਾ ਉਸ ਦੀ ਵੀ ਇਨਕੁਆਇਰੀ ਕੀਤੀ ਜਾਏ। ਜਿਹੜੇ ਲੋਕ ਇਸ ਦੇ ਪਿੱਛੇ ਬੈਠੇ ਨੇ ਉਹ ਕਿਹੜੀ ਕਨਸਪੀਰੇਸੀ ਰਚ ਰਹੇ ਨੇ, ਉਹਨਾਂ ਨੂੰ ਪਤਾ ਨਹੀਂ ਮੈਂ ਕਿੱਥੇ ਬਰਦਾਸ਼ਤ ਨਹੀਂ ਹੋ ਰਿਹਾ, ਕਿਹੜਾ ਕਾਰਨ ਹੈ ਉਹ ਸਾਰੇ ਜਿਹੜੇ ਲੋਕ ਹਨ ਉਹਨਾਂ ਨੂੰ ਵੀ ਇਨਕੁਆਇਰ ਕੀਤਾ ਜਾਏ ਤਾਂ ਕਿ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਉੱਥੇ ਆਉਣ ਵਾਸਤੇ ਹਾਜ਼ਰ ਹਾਂ। ਸੋ ਮੈਂ ਆਪ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ। ਸਮੁੱਚੀਆਂ ਪੰਥਕ ਜਥੇਬੰਦੀਆਂ, ਮੈਂ ਨੌਜਵਾਨ ਸਭਾ ਉਧਮਪੁਰ ਦਾ ਧੰਨਵਾਦ ਕਰਦਾ, ਕਠੂਏ ਦਾ ਧੰਨਵਾਦ ਕਰਦਾ, ਜਿਹੜੇ ਲੰਬੇ ਸਮੇਂ ਤੋਂ ਕਹਿ ਰਹੇ ਸਨ ਵੀਰ ਜੀ ਤੁਸੀਂ ਨਹੀਂ ਬੋਲ ਰਹੇ। ਇਹ ਸਾਰੇ ਵੀਰਾਂ ਨੇ ਕਹਿ ਰਹੇ ਸਨ ਕਿ ਵੀਰ ਜੀ ਅਸੀਂ ਤੁਹਾਡੇ ਕਰਕੇ ਅਗਰ ਅਸੀਂ ਕੋਈ ਵੀਡੀਓ ਪਾਈਏ, ਤੁਸੀਂ 2 ਵੀਡੀਓ ਪਵਾ ਸਕਦੇ ਹੋ, ਮੈਂ 200 ਪਵਾ ਸਕਦਾ, ਪਰ ਇਹ ਦਾਤ ਤੁਹਾਡੇ ਕੋਲ ਹੀ ਰਵੇ। ਮੈਂ ਸਾਰਿਆਂ ਨੂੰ ਕਿਹਾ ਸੀ ਵੀਰ ਜੀ ਸੱਚਾਈ ਕਿਉਂ, ਸੱਚਾਈ ਸੱਚ ਰਹਿਣਾ ਹੈ। ਮੇਰਾ ਮਸਤਕ ਜਿੱਥੇ ਗੁਰੂ ਸਾਹਿਬ ਨੇ ਮੇਰਾ ਚੁਗਰਾ ਮੇਰਾ ਜਿੱਥੇ ਵੀ ਦਾਣਾ ਪਾਣੀ ਲਿਖਿਆ ਮੈਂ ਉੱਥੇ ਚੁਗਾਂਗਾ। ਸੋ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਐਸੀਆਂ ਅਫਵਾਹਾਂ ਤੋਂ ਬਚੋ। ਜਦੋਂ ਇਹ ਲੋਕ ਸਾਹਮਣੇ ਆਣਗੇ ਹੁਣ ਪਾਰਟ ਆਫ ਇਨਵੈਸਟੀਗੇਸ਼ਨ ਹੈ, ਹੋਰ ਵੀ ਇਹਨਾਂ ਦੋਨਾਂ ਪੰਜਾਬ ਵਾਲਿਆਂ ਦੇ ਖਿਲਾਫ ਬੜਾ ਕੁਝ ਹੈ, ਉਹ ਇਨਵੈਸਟੀਗੇਸ਼ਨ ਪਾਰਟ ਹੈ। ਜਦੋਂ ਇਹ ਸਾਹਮਣੇ ਆਣਗੇ ਉਦੋਂ ਫਿਰ ਮੈਂ ਖੁਲਾਸਾ ਤੁਹਾਡੇ ਸਾਹਮਣੇ ਬੈਠ ਕੇ ਕਰਾਂਗਾ ਜੀ। ਬਹੁਤ ਬਹੁਤ ਧੰਨਵਾਦ ਸਾਰੇ ਮੀਡੀਆ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ